ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ। ਮੈਂ ਮਨਜਿੰਦਰ ਸਿੰਘ ਸਰੋਦ। ਅੱਜ ਸਾਡੇ ਨਾਲ ਮੌਜੂਦ ਨੇ ਪੰਜਾਬ ਦੇ ਉਹ ਸਿਆਸਤਦਾਨ, ਮੇਰਾ ਖਿਆਲ ਕਹਿੰਦਾ ਵੀ ਜੇ ਆਪਾਂ ਗੱਲ ਕਰੀਏ ਕਿ ਉਹਨਾਂ ਤੇ ਅੱਜ ਤੱਕ ਕਦੇ ਸਿਆਸੀ ਵਿਰੋਧੀਆਂ ਦੇ ਨਾਲ ਬਦਲਾਖੋਰੀ ਜਾਂ ਪਰਚਿਆਂ ਦੀ ਸਿਆਸਤ ਦਾ ਜਿਹੜਾ ਕਰਨ ਦਾ ਇਲਜ਼ਾਮ ਹੈ ਉਹ ਨਹੀਂ ਲੱਗਿਆ। ਸਾਡੇ ਨਾਲ ਮੌਜੂਦ ਨੇ ਪਰਮਿੰਦਰ ਸਿੰਘ ਢੀਂਡਸਾ। ਉਹਨਾਂ ਨਾਲ ਤਮਾਮ ਗੱਲਾਂ ਕਰਾਂਗੇ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੀ ਵੱਡੀ ਉਥਲ-ਪੁਥਲ ਹੋਈ ਹੈ ਬੇਅਦਬੀ ਕਾਂਡ ਨੂੰ ਲੈ ਕੇ ਵੀ ਅਸੀਂ ਉਹਨਾਂ ਨਾਲ ਸਵਾਲ ਜਵਾਬ ਕਰਾਂਗੇ। ਢੀਂਡਸਾ ਸਾਹਿਬ, ਸਵਾਗਤ ਹੈ ਤੁਹਾਡਾ ਅਜੀਤ ਟੀਵੀ। ਧੰਨਵਾਦ ਸਰੋਤ ਸਾਹਿਬ, ਤੁਸੀਂ ਮੈਨੂੰ ਮੌਕਾ ਦਿੱਤਾ ਵੈਬ ਟੀਵੀ ਤੇ ਆਪਦੇ ਵਿਚਾਰ ਰੱਖਣ ਦਾ। ਢੀਂਡਸਾ ਸਾਹਿਬ, ਸਭ ਤੋਂ ਪਹਿਲਾ ਸਵਾਲ ਮੇਰਾ ਵੀ ਪੰਜਾਬ ਦੇ ਲੋਕ ਨੇ ਜਿਹੜੇ ਉਹ ਤਕਰੀਬਨ ਤੁਹਾਡੇ ਵਰਗੇ ਜਿਹੜੇ ਸਿਆਸੀ ਕੱਦਾਵਰ ਆਗੂ ਨੇ ਉਹਨਾਂ ਦੇ ਮੂੰਹਾਂ ਕੰਨੀ ਦੇਖ ਰਹੇ ਨੇ ਕਿ ਜਿਹੜਾ ਬਦਲ ਹੈ ਪੰਜਾਬ ਦੇ ਵਿੱਚ ਬਣਨ ਜਾ ਰਿਹਾ ਵੀ ਉਹ ਕੀ ਕਦ ਕੁ ਤੱਕ ਬਣੂਗਾ ਜਾਂ ਕੀ ਹੋਊਗਾ, ਕਿਉਂਕਿ ਲੋਕ ਰਵਾਇਤੀ ਪਾਰਟੀਆਂ ਤੋਂ ਅੱਕੇ ਹੋਏ ਬਹੁਤ ਹੈ ਜੀ। ਦੇਖੋ ਸਰੋਤ ਸਾਹਿਬ, ਬਿਲਕੁਲ ਤੁਹਾਡੀ ਗੱਲ ਨਾਲ ਮੈਂ 100% ਸਹਿਮਤ ਹੈ। ਇਹ ਤਾਂ ਹੁਣ ਸਾਡੇ ਤੇ ਹੈ ਵੀ ਅਸੀਂ ਕਿੰਨੇ ਕੁ ਯਤਨ ਕਰਕੇ ਸਾਰੇ ਇਕੱਠੇ ਹੋ ਸਕਦੇ ਹਾਂ ਕਿ ਨਹੀਂ ਹੋ ਸਕਦੇ। ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਬਾਦਲ ਦਲ, ਕਾਂਗਰਸ ਤੇ ਭਾਜਪਾ, ਇਹ ਤਿੰਨਾਂ ਤੋਂ ਬਿਨਾਂ ਜਿਹੜਾ ਹੈ ਬਾਕੀ ਸਾਰੀਆਂ ਧਿਰਾਂ ਨੂੰ ਇਕੱਠਾ ਕਰਕੇ ਇੱਕ ਬਦਲ ਦਿੱਤਾ ਜਾਵੇ ਜਿਹੜੀ ਪੰਜਾਬ ਦੇ ਲੋਕ ਆਸ ਰੱਖਦੇ ਨੇ। ਤੇ ਅਸੀਂ ਤਾਂ ਇੱਥੋਂ ਤੱਕ ਵੀ ਕਹਿਤਾ ਵੀ ਅਸੀਂ ਪਿੱਛੇ ਲੱਗ ਕੇ ਵੀ ਚੱਲਣ ਲਈ ਤਿਆਰ ਹਾਂ ਵੀ ਆਪਾਂ ਸਾਰੇ ਇਕੱਠੇ ਹੋਈਏ ਤੇ ਸਾਰਿਆਂ ਨਾਲ ਅਸੀਂ ਰਾਬਤਾ ਕਰ ਰਹੇ ਹਾਂ ਤੇ ਗੁਰੂ ਮਹਾਰਾਜ ਕਿਰਪਾ ਕਰਨਗੇ, ਜ਼ਰੂਰ ਅਸੀਂ ਆਪਦੇ ਇਸ ਯਤਨ ਦੇ ਵਿੱਚ ਸਫਲ ਹੋਵਾਂਗੇ। ਪਰ ਇਹ ਗੱਲ ਵੀ ਹੈ ਵੀ ਲੋਕ ਇਹ ਕਹਿੰਦੇ ਆ ਵੀ ਪਿਛਲੇ ਸਮੇਂ ਦੇ ਵਿੱਚ ਵੀ ਯਤਨ ਹੋਏ ਪਰ ਕੋਈ ਸਿਰੇ ਨਹੀਂ ਚੜ੍ਹੀ ਗੱਲ। ਪਰ ਇਹਦਾ ਮਤਲਬ ਇਹ ਨਹੀਂ ਵੀ ਅਸੀਂ ਯਤਨ ਨਾ ਕਰੀਏ। ਸੋ ਅਸੀਂ ਆਪਦੇ ਵੱਲੋਂ ਪੂਰੇ ਗੰਭੀਰਤਾ ਦੇ ਨਾਲ, ਪੂਰੀ ਤਨਦੇਹੀ ਨਾਲ ਕੋਸ਼ਿਸ਼ ਕਰ ਰਹੇ ਹਾਂ ਤੇ ਆ ਕਰੋਨਾ ਕਰਕੇ, ਕਿਸਾਨ ਸੰਘਰਸ਼ ਕਰਕੇ, ਇਹ ਸਾਰੀਆਂ ਚੀਜ਼ਾਂ ਦਾ ਮੈਂ ਸਮਝਦਾ ਸਿਆਸਤ ਹੁਣ ਪਿੱਛੇ ਪੈ ਗਈ ਹੈ ਤੇ ਇਹੋ ਜਿਹੇ ਮਾਹੌਲ 'ਚ ਜਿਹੜਾ ਹੈ ਸਿਆਸਤ ਬਾਹਲੀ ਕਰਦੇ ਚੰਗੇ ਵੀ ਨਹੀਂ ਲੱਗਦੇ। ਸੋ ਇਹ ਥੋੜ੍ਹਾ ਜਿਹਾ ਅਸੀਂ ਇਸ ਵਿੱਚੋਂ ਕਰੋਨਾ ਤੋਂ ਨਿਜਾਤ ਪਾ ਲਈਏ, ਕਿਸਾਨ ਸੰਘਰਸ਼ ਦੇ ਵਿੱਚ ਅਸੀਂ ਜਿੱਤ ਪ੍ਰਾਪਤ ਕਰ ਲਈਏ ਤਾਂ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਇੱਕ ਟੀਚਾ ਲੈ ਕੇ ਇੱਧਰ ਨੂੰ ਚੱਲਾਂਗੇ। ਢੀਂਡਸਾ ਸਾਹਿਬ, ਲੋਕਾਂ ਦੇ ਸਵਾਲ ਨੇ ਅਕਸਰ ਜਦੋਂ ਅਸੀਂ ਜਾਂਦੇ ਹਾਂ ਵੀ ਨਵਜੋਤ ਸਿੱਧੂ ਕਹਿੰਦੇ ਪਹਿਲਾਂ ਤਾਂ ਕਿਸੇ ਨਾਲ ਗੱਲ ਹੀ ਨਹੀਂ ਕਰਦੇ। ਇਸ ਮਸਲੇ ਤੇ ਤੁਹਾਡੀ ਕਦੇ ਉਹਨਾਂ ਦੇ ਨਾਲ ਗੱਲ ਹੋਈ ਹੈ ਜਾਂ ਕੋਈ ਮਿਲਣੀ ਹੋਈ ਹੈ? ਨਹੀਂ, ਕੋਈ ਸਪੈਸ਼ਲ ਕੋਈ ਐਸੀ ਮਿਲਣੀ ਨਹੀਂ ਹੋਈ ਉਹਨਾਂ ਨਾਲ। ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਜਿਹੜਾ ਇੱਕ ਦੋ ਵਾਰ ਅਸੀਂ ਮਿਲੇ ਹਾਂ ਤੇ ਜਿਵੇਂ ਤੁਸੀਂ ਦੱਸਿਆ ਹੀ ਹੈ ਵੀ ਉਹ ਕੋਈ ਦਿਲ ਦੀ ਗੱਲ ਨਹੀਂ ਕਰਦੇ ਹਜੇ। ਉਹ ਤਾਂ ਫੈਸਲਾ ਹੁਣ ਉਹਨਾਂ ਨੇ ਕਰਨਾ। ਪਰ ਜਿਹੜੀ ਸਾਡੀ ਕੋਸ਼ਿਸ਼ ਹੈ ਵੀ ਉਹ ਜੇ ਕਾਂਗਰਸ 'ਚ ਰਹਿੰਦੇ ਨੇ ਤਾਂ ਫਿਰ ਜਿਹੜਾ ਉਹ ਇਸ ਦਾ ਹਿੱਸਾ ਨਹੀਂ ਬਣ ਸਕਦੇ। ਪਰ ਜੇ ਉਹ ਉੱਧਰ ਕੱਲ੍ਹ ਨੂੰ ਛੱਡਣ ਦਾ ਫੈਸਲਾ ਕਰਦੇ ਆ ਫਿਰ ਅਸੀਂ ਜ਼ਰੂਰ ਉਹਨੂੰ ਅਪਰੋਚ ਕਰਾਂਗੇ, ਉਹਨਾਂ ਨਾਲ ਰਾਬਤਾ ਕਰਾਂਗੇ। ਇੱਕ ਸਾਡੇ ਧਿਆਨ ਵਿੱਚ ਇਹ ਵੀ ਆਇਆ ਸੀ, ਸਿਆਸੀ ਗਲਿਆਰਿਆਂ 'ਚ ਕੰਸੂਆਂ ਚੱਲਦੀਆਂ ਨੇ ਵੀ ਸ਼ਾਇਦ ਤੁਸੀਂ ਸਾਰੇ ਜਿਹੜੇ ਆਗੂ ਵੱਡੇ ਲੀਡਰ ਨੇ ਤਮਾਮ ਇਹ ਇਕੱਠੇ ਹੋ ਕੇ ਕੋਈ ਪੰਜਵਾਂ ਫਰੰਟ ਬਣਾ ਰਹੇ ਨੇ ਤਾਂ ਕਿ ਝਾੜੂ ਵਾਲਿਆਂ ਦਾ ਜਿਹੜਾ ਥੋੜ੍ਹਾ ਬਹੁਤ ਦਿਮਾਗ ਸੀ ਉਹ ਸੈੱਟ ਕੀਤਾ ਜਾ ਸਕੇ। ਨਹੀਂ, ਐਸੀ ਕੋਈ ਗੱਲ ਨਹੀਂ ਹੈ। ਅਸੀਂ ਕੋਈ ਕਿਸੇ ਦਾ ਦਿਮਾਗ ਸੈੱਟ ਕਰਨ ਲਈ ਜਾਂ ਕਿਸੇ ਨੂੰ ਜਿਹੜਾ ਨੀਵਾਂ ਦਿਖਾਉਣ ਲਈ ਇਹ ਯਤਨ ਨਹੀਂ ਕਰ ਰਹੇ। ਮੈਂ ਸਮਝਦਾ ਸਾਡੀ ਕੋਸ਼ਿਸ਼ ਇਹ ਹੈ ਵੀ ਪੰਜਾਬ ਦੇ ਲੋਕਾਂ ਦੀਆਂ ਜੋ ਆਸਾਂ ਨੇ ਉਹਦੇ ਮੁਤਾਬਕ ਸਾਨੂੰ ਚੱਲਣਾ ਚਾਹੀਦਾ ਤੇ ਕਦੇ ਵੀ ਅਸੀਂ ਇਹ ਨਹੀਂ ਸੋਚਿਆ ਵੀ ਆਮ ਆਦਮੀ ਪਾਰਟੀ ਨੂੰ ਅਸੀਂ ਵੱਖ ਰੱਖ ਕੇ ਯਤਨ ਕਰਨੇ ਜਾਂ ਹੋਰ ਹੈ। ਤੇ ਸਾਡੀ ਤਾਂ ਕੋਸ਼ਿਸ਼ ਇਹ ਵੀ ਹੈ ਵੀ ਉਹ ਵੀ ਜਿਹੜਾ ਇਹਦਾ ਹਿੱਸਾ ਬਣਨ ਤੇ ਪਹਿਲਾਂ ਵੀ ਅਸੀਂ ਸਾਡੀ ਕੋਸ਼ਿਸ਼ ਸੀ, ਹੁਣ ਵੀ ਅੱਗੇ ਵੀ ਅਸੀਂ ਰੱਖਾਂਗੇ। ਸੋ ਇਹ ਕਦੇ ਕੋਈ ਜਿਹੜੀ ਗੱਲ ਨਹੀਂ ਆਈ, ਨਾ ਅਸੀਂ ਇਸ ਬਾਰੇ ਸੋਚਿਆ। ਸੋ ਜਿਹੜੇ ਵੀ ਲੋਕ ਇਹ ਗੱਲਾਂ ਕਰਦੇ ਆ ਬਿਲਕੁਲ ਬੇਬੁਨਿਆਦੀ ਗੱਲਾਂ। ਢੀਂਡਸਾ ਸਾਹਿਬ, ਇਹ ਸਵਾਲ ਤਾਂ ਸਾਹਮਣੇ ਨਿਕਲ ਕੇ ਆਇਆ ਸੀ ਜਦੋਂ ਪਿਛਲੀ ਵਾਰ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਸੀ ਉਹਨਾਂ ਨੇ ਬਿਆਨ ਦਿੱਤੇ ਸੀ ਵੀ ਅਸੀਂ ਅਕਾਲੀ ਦਲ ਡੈਮੋਕ੍ਰੈਟਿਕ ਦੇ ਆਗੂ ਨੂੰ ਇਹ ਕਿਹਾ ਵੀ ਸਾਡੇ 'ਚ ਸ਼ਾਮਲ ਹੋ ਕੇ ਫਿਰ ਗੱਲ ਕਰਿਓ, ਅਦਰਵਾਈਜ਼ ਸਾਡਾ ਸਮਝੌਤਾ ਕੋਈ ਨਹੀਂ। ਇਸ ਨੂੰ ਲੈ ਕੇ ਲੋਕਾਂ ਨੇ ਆਖਿਆ ਸੀ ਵੀ ਇਹਨਾਂ ਦਾ ਜਿਹੜਾ ਦਿਮਾਗ ਹੈ ਉਹ ਬਹੁਤ ਸੱਤਵੇਂ ਸਮਾਨ 'ਤੇ ਪਹੁੰਚਿਆ। ਦੇਖੋ, ਮੈਂ ਉਹ ਗੱਲ 'ਤੇ ਕੋਈ ਬਾਹਲੀ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਸਾਡੀ ਮੀਟਿੰਗ ਜਿਹੜੇ ਲੋਕਾਂ ਨਾਲ ਹੋਈ ਸੀ ਤੇ ਜਿਹੜੇ ਨੇ ਬਿਆਨ ਦਿੱਤਾ ਹੈ ਉਹਨਾਂ ਨਾਲ ਤਾਂ ਸਾਡੀ ਕੋਈ ਮੀਟਿੰਗ ਹੀ ਨਹੀਂ ਹੋਈ। ਸਾਡੀ ਉਹਨਾਂ ਦੀ ਜੋ ਸੈਂਟਰ ਦੇ ਲੀਡਰਸ ਸੀ ਉਹਨਾਂ ਨਾਲ ਸਰਸਰੀ ਮੀਟਿੰਗ ਹੋਈ ਸੀ। ਤਾਂ ਪਹਿਲੀ ਜਿਵੇਂ ਕਹਿੰਦੇ ਆਪਾਂ ਜਾਣ ਪਛਾਣ ਲਈ ਜਾਂ ਆਪਦੇ ਗੱਲਾਂ ਰੱਖਣ ਲਈ ਮੀਟਿੰਗ ਹੁੰਦੀ ਹੈ, ਉਹ ਮੀਟਿੰਗ ਹੋਈ ਸੀ ਤੇ ਨਾ ਹੀ ਕੋਈ ਐਡੇ ਇੰਨੇ ਜਿਹੜਾ ਡਿਟੇਲ ਦੇ ਵਿੱਚ ਕੋਈ ਡਿਸਕਸ਼ਨ ਹੋਈ ਜਿਸ ਤਰ੍ਹਾਂ ਚੀਮਾ ਸਾਹਿਬ ਨੇ ਕਿਹਾ। ਸੋ ਚੀਮਾ ਸਾਹਿਬ ਦਾ
ਤਾਂ ਜਿਹੜਾ ਬਿਆਨ ਸੀ ਟੋਟਲੀ ਬੇਤੁਕ ਹੈ। ਉਹਨਾਂ ਨੂੰ ਤਾਂ ਇਸ ਗੱਲ ਦਾ ਨਾ ਉਹ ਇਸ ਗੱਲਬਾਤ ਦੇ ਹਿੱਸੇ ਸੀਗੇ, ਤੇ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਕੋਈ ਇਸ ਬਾਰੇ ਜਾਣਕਾਰੀ ਵੀ ਹੈ। ਕਿਸ ਤਰੀਕੇ ਨਾਲ ਉਹਨਾਂ ਨੇ ਦਿੱਤੀ, ਕਿਉਂ ਘਬਰਾਹਟ ਦੇ ਵਿੱਚ ਆਏ, ਉਹਦਾ ਜਵਾਬ ਤਾਂ ਉਹ ਦੇ ਸਕਦੇ ਨੇ। ਉਸੇ ਨੂੰ ਲੈ ਕੇ ਲੋਕਾਂ ਦੀਆਂ ਜਿਹੜੀਆਂ ਵੱਖ-ਵੱਖ ਪ੍ਰਤੀਕਿਰਿਆ ਸੀ ਉਹ ਸਾਹਮਣੇ ਆਈਆਂ ਸੀ। ਉਹ ਹਾਂ ਬਿਲਕੁਲ, ਦੇਖੋ ਸੁਭਾਵਿਕ ਹੈ ਵੀ ਲੋਕ ਇਹ ਸੋਚਦੇ ਨੇ ਜਦ ਇਹੋ ਜਿਹਾ ਬਿਆਨ ਆਉਂਦਾ ਹੈ ਵੀ ਸ਼ਾਇਦ ਇਹ ਨਹੀਂ ਕੋਈ ਗੱਲ ਬਣੀ, ਪਰ ਜਿਹੜੀ ਸਾਡੀ ਮੀਟਿੰਗ ਸੀ ਉਹ ਬਹੁਤ ਖੁਸ਼ਗਵਾਰ ਉਹ 'ਚ ਹੋਈ ਸੀ, ਤੇ ਬੜੇ ਵਧੀਆ ਜਦ ਅਸੀਂ ਉੱਠੇ ਵੀ ਸੀ ਗੱਲ ਕਰਕੇ, ਤੇ ਮੈਂ ਸਮਝਦਾ ਅਸੀਂ ਤਕਰੀਬਨ ਕਾਫੀ ਗੱਲਾਂ ਤੇ ਇਕਰਾਏ ਸੀਗੇ। ਢੀਂਡਸਾ ਸਾਹਿਬ, ਗੱਲ ਬੇਅਦਬੀ ਦੀ ਕਰੀਏ, ਬਹੁਤ ਸੰਵੇਦਨਸ਼ੀਲ ਮੁੱਦਾ ਹੈ, ਸਿੱਖ ਭਾਵਨਾਵਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ। ਤੁਹਾਨੂੰ ਕੀ ਲੱਗਦਾ ਹੈ, ਸੀਟਾਂ ਬਣੀਆਂ, ਪਹਿਲਾਂ ਵੀ ਕਮਿਸ਼ਨ ਬਣੇ, ਤੁਸੀਂ ਵੀ 10 ਸਾਲ ਸਰਕਾਰ ਦਾ ਹਿੱਸਾ ਰਹੇ ਹੋ, ਤੁਹਾਨੂੰ ਹੁਣ ਕੀ ਲੱਗਦਾ ਹੈ ਵੀ ਇਨਸਾਫ ਮਿਲ ਸਕੂਗਾ? ਦੇਖੋ ਸਰੋਤ ਸਾਹਿਬ, ਜਿਹੜੀ ਤਾਂ ਗੱਲ ਹੈਗੀ ਹੈ ਸਿੱਟ ਦੀ, ਜਾਂ ਜੋ ਸਿੱਟਾਂ ਬਣੀਆਂ ਜਾਂ ਕਮਿਸ਼ਨਾਂ ਬਣੀਆਂ, ਮੈਨੂੰ ਨਹੀਂ ਲੱਗਦਾ ਇਹ 'ਚੋਂ ਕੁਛ ਸਿੱਟਾਂ ਨਿਕਲਣ। ਇਹ ਤਕਰੀਬਨ ਇਹਨਾਂ ਨੇ ਇਹ ਸਾਰੇ ਜਿਹੜੀਆਂ ਇਨਕੁਆਇਰੀਆਂ ਉਹਨਾਂ ਨੂੰ ਜਿਹੜਾ ਹੈ ਕਨਫਿਊਜ਼ ਕਰਨ ਵਾਲੀ ਜਿਹੜਾ ਰੋਲ ਅਦਾ ਕੀਤਾ ਹੈ। ਜੋ ਕੁਛ ਪਿਛਲੇ ਸਮੇਂ ਦੇ ਵਿੱਚ ਸਾਡੀ ਸਰਕਾਰ ਹੀ ਕਹੂੰਗਾ, ਕਿਉਂਕਿ ਮੈਂ ਉਹਦੇ ਵਿੱਚ ਹਿੱਸੇਦਾਰ ਸੀ, ਉਹਨੇ ਕੀਤਾ ਉਹੀ ਅੱਜ ਹੋ ਰਿਹਾ, ਕਿਉਂਕਿ ਸਾਨੂੰ ਵੀ ਜਿਹੜਾ ਉਸ ਸਮੇਂ ਦੀ ਸਰਕਾਰ ਦੇ ਵਿੱਚ ਇਹੀ ਗੱਲਾਂ ਕਹੀਆਂ ਗਈਆਂ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਕਿ ਜਲਦੀ ਹੀ ਦੋਸ਼ੀਆਂ ਨੂੰ ਫੜਿਆ ਜਾਊਗਾ, ਅਸੀਂ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਵਾਂਗੇ, ਸਾਰੀ ਜਿਹੜੀ ਇਹਦੇ ਪਿੱਛੇ ਸਾਜ਼ਿਸ਼ ਹੈ ਉਹਨੂੰ ਅਸੀਂ ਬੇਨਕਾਬ ਕਰਾਂਗੇ, ਤੇ ਆਖਰ ਤੱਕ ਇਹ ਭਰੋਸਾ ਦਿਵਾਉਂਦੇ ਰਹੇ। ਇਹ ਕੋਈ ਮੇਰੇ ਕਹਿਣ ਦੀ ਗੱਲ ਨਹੀਂ, ਤੁਸੀਂ ਉਹਨਾਂ ਤੋਂ ਖੁਦ ਪੁੱਛ ਸਕਦੇ ਹੋ ਵੀ ਕੀ ਇਹ ਗੱਲਾਂ ਤੁਸੀਂ ਕਹੀਆਂ ਕਿ ਨਹੀਂ ਹੋਈਆਂ। ਉਹੀ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਹੈ। ਸੋ ਕੋਈ ਦੋਨਾਂ ਦੇ ਵਿੱਚ ਅੰਤਰ ਨਹੀਂ, ਤੇ ਅੱਜ ਇਸੇ ਕਰਕੇ ਨਿਰਾਸ਼ਤਾ, ਕਿਉਂਕਿ ਇੱਕ ਕਮਿਸ਼ਨ ਤੇ ਇੱਕ ਸਿੱਟ ਉਹਨਾਂ ਨੇ ਬਣਾਈ, ਇੱਕ ਕਮਿਸ਼ਨ ਤੇ 2 ਸਿੱਟਾਂ ਇਹਨਾਂ ਨੇ ਬਣਾਤੀਆਂ, ਤੇ ਸਾਰਾ ਕੁਝ ਇਹਦੇ ਨਾਲ ਸਾਰਾ ਗੰਦਲ ਆ ਗਿਆ। ਕੋਈ ਇਨਕੁਆਇਰੀ, ਕੋਈ ਉਹਦੇ ਵਿੱਚੋਂ ਮੈਨੂੰ ਲੱਗਦਾ ਹੁਣ ਹਾਲਾਤ ਇਹ ਪੈਦਾ ਹੋ ਗਏ ਵੀ ਇਹਨਾਂ ਨੇ ਦੋਸ਼ੀ ਫੜ ਵੀ ਲਏ ਤਾਂ ਉਹ ਦੋਸ਼ੀ ਨਿਕਲ ਜਾਣਗੇ, ਕਿਉਂਕਿ ਅੱਡ-ਅੱਡ ਇਨਕੁਆਇਰੀਜ਼ ਨੂੰ ਬੇਸ ਬਣਾ ਕੇ ਕੋਈ ਕੋਰਟ 'ਚ ਜਾ ਸਕਦਾ, ਅਪੀਲ ਕਰ ਸਕਦਾ। ਅਤੇ ਅੱਜ ਕੋਰਟਾਂ ਦਾ ਵੀ ਤੁਸੀਂ ਹਾਲ ਦੇਖ ਹੀ ਲਿਆ, ਜਿਹੋ ਜਿਹਾ ਫੈਸਲਾ ਆਇਆ ਹੈ, ਮੈਂ ਇਸ ਕਹਿਣ 'ਚ ਕੋਈ ਹਿਚਕਿਚਾਈ ਨਹੀਂ ਹੈ, ਸਿਆਸੀ ਫੈਸਲਾ ਹੈ। ਇਹ ਕਲੀਅਰ ਕੱਟ ਜਿਹੜਾ ਹੈ, ਜਿਹੜੀ ਕੀ ਗੱਲ ਦੀ ਅਪੀਲ ਹੀ ਨਹੀਂ ਕੀਤੀ ਗਈ ਉਸ ਚੀਜ਼ 'ਤੇ ਫੈਸਲਾ ਦੇਣਾ, ਜਿਹੜਾ ਬੰਦਾ ਜਿਹੜਾ ਇੱਕ ਧਿਰੀ ਨਹੀਂ ਹੈ ਉਹਦੇ ਬਾਰੇ ਫੈਸਲਾ ਦੇਣਾ, ਇਹ ਤਾਂ ਕਲੀਅਰ ਕੱਟ ਸਾਬਤ ਕਰਦਾ ਵੀ ਇਹ ਇੱਕ ਸਿਆਸੀ ਫੈਸਲਾ ਸੀਗਾ। ਸੋ ਇਹ ਜਿਹੜਾ ਹੈ, ਮੈਨੂੰ ਤਾਂ ਇਹੀ ਮੰਨਣਾ ਹੈ ਵੀ ਇਹ ਤਾਂ ਹੁਣ ਉਸ ਪਰਮਾਤਮਾ ਦੀ ਦਰਗਾਹ 'ਚ ਹੀ ਫੈਸਲਾ ਹੋਣਾ ਹੈ। ਜਿਹੜੇ ਦੋਸ਼ੀ ਨੇ, ਜਿਨ੍ਹਾਂ ਨੇ ਇਹ ਮਾੜੀ ਸੋਚ ਦੇ ਨਾਲ ਇਹ ਕੀਤਾ, ਉਹਨੂੰ ਸਜ਼ਾ ਅਕਾਲ ਪੁਰਖ ਹੀ ਦੇਵੇਗਾ। ਅਤੇ ਇਹਨਾਂ 'ਚੋਂ ਜਿਹੜੀਆਂ ਸਿੱਟਾਂ ਜਾਂ ਨਵੀਆਂ, ਇਹਨਾਂ 'ਚੋਂ ਮੈਨੂੰ ਨਹੀਂ ਲੱਗਦਾ, ਕਿਉਂਕਿ ਕੋਰਟ ਦੇ ਖਿਲਾਫ ਜੋ ਕੋਰਟ ਦਾ ਫੈਸਲਾ ਸੀ ਉਹਦੇ ਖਿਲਾਫ ਤਾਂ ਸਰਕਾਰ ਅਪੀਲ 'ਚ ਹੀ ਨਹੀਂ ਗਈ। ਹੁਣ ਜਿਹੜਾ ਕੋਰਟ ਦਾ ਫੈਸਲਾ ਉਹ ਸਟੈਂਡ ਕਰਦਾ ਹੈ, ਉਸ ਕੋਰਟ ਦੇ ਫੈਸਲੇ ਦੀ ਲਾਈਟ ਦੇ ਵਿੱਚ ਉਹਨੂੰ ਧਿਆਨ ਵਿੱਚ ਰੱਖ ਕੇ ਹੀ ਨਵੀਂ ਸਿੱਟ ਕੰਮ ਕਰੇਗੀ, ਅਤੇ ਫਿਰ ਨਵੀਂ ਸਿੱਟ ਦਾ ਹੱਥ ਬੰਨੇਗੇ। ਜਦ ਇੱਕ ਕੋਰਟ ਦਾ ਫੈਸਲਾ ਸਟੈਂਡ ਕਰਦਾ ਹੈ, ਉਹਨੂੰ ਕਿਵੇਂ ਨਜ਼ਰਅੰਦਾਜ਼ ਕਰ ਸਕਦੀ ਹੈ ਨਵੀਂ ਸਿੱਟ? ਜੇ ਇਹ ਅਪੀਲ ਕਰਦੇ ਸੁਪਰੀਮ ਕੋਰਟ ਦੇ ਵਿੱਚ, ਘੱਟੋ ਘੱਟ ਇੰਨੀ ਤਾਂ ਅਪੀਲ ਕਰਨੀ ਚਾਹੀਦੀ ਸੀ ਵੀ ਜੋ ਉਹ ਫੈਸਲਾ ਹੈ ਉਹਦਾ ਨਵੀਂ ਇਨਕੁਆਇਰੀ 'ਤੇ ਕੋਈ ਅਸਰ ਨਾ ਹੋਵੇ, ਵੀ ਨਵੀਂ ਇਨਕੁਆਇਰੀ ਫਰੈਸ਼ ਹੋ ਸਕੇ ਉਹ ਕੋਰਟ ਦੇ ਫੈਸਲੇ ਦਾ। ਇਹ ਤਾਂ ਉਹਦੀ ਵੀ ਅਪੀਲ ਨਹੀਂ ਕੀਤੀ। ਸੋ ਮੈਂ ਸਮਝਦਾ ਕਿ ਇਹ ਸਰਕਾਰ ਦੀ ਬੜੀ ਸੋਚੀ ਸੱਚੀ ਸਾਜ਼ਿਸ਼ ਸੀ ਵੀ ਉਹਨੇ ਅਪੀਲ ਨਹੀਂ ਕੀਤੀ ਉੱਥੇ, ਅਤੇ ਉਹਦੇ ਨਾਲ ਬਹੁਤ ਗੱਲਾਂ ਜਿਹੜੀਆਂ ਨੇ ਉਹਦੇ ਵਿੱਚ ਇਹ ਇਨਕੁਆਇਰੀ ਕਰਨ ਦੇ ਸਮਰਥ ਹੀ ਨਹੀਂ ਹੈ ਸਿੱਟ। ਸੋ ਬਿਲਕੁਲ ਕਿਤੇ ਨਾ ਕਿਤੇ ਇਹ ਵੀ ਇਲਜ਼ਾਮ ਨੇ ਲੱਗੇ ਨੇ ਵੀ ਇਹ ਸਾਰਾ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਜਿਹੜੇ ਉਹ ਰਲੇ ਹੋਏ ਨੇ, ਕਿਤੇ ਨਾ ਕਿਤੇ ਉਹਦੀ ਬਦੌਲਤ ਵੀ ਇਹ ਸਾਰਾ ਜਿਹੜਾ ਕੱਚਾ ਚਿੱਠਾ ਇਹਨਾਂ ਦਾ ਫੁੱਟਿਆ। ਦੇਖੋ, ਇੱਕ ਮੈਂ ਇਹ ਗੱਲ ਕਹਾਂਗਾ ਵੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ, ਇਹ 2 ਪਰਿਵਾਰ ਰਲੇ ਹੋਏ ਨੇ, ਅਤੇ ਇਹਨਾਂ ਦਾ ਚੋਣਾਂ ਤੋਂ ਪਹਿਲਾਂ ਸਮਝੌਤਾ ਹੋਇਆ। ਜਿਵੇਂ ਇਹਨਾਂ ਨੇ ਕੇਸ ਵਾਪਸ ਲਏ ਸਿਟੀ ਸੈਂਟਰ ਸਕੈਮ ਦੇ, ਸੋ ਉਸੇ ਇਵਜ਼ ਦੇ ਵਿੱਚ ਜਿਹੜਾ ਇਹਨਾਂ ਨੇ ਰਾਹਤ ਦਿੱਤੀ, ਖੁੱਲ੍ਹੀ ਛੁੱਟ ਦਿੱਤੀ। ਅੱਜ ਵੀ ਜਿਹੜੀ ਹੈ ਟਰਾਂਸਪੋਰਟ ਹੈ, ਔਰਬਿਟ ਟਰਾਂਸਪੋਰਟ ਉਸੇ ਤਰੀਕੇ ਨਾਲ ਪੰਜਾਬ 'ਚ ਚੱਲ ਰਹੀ ਹੈ, ਉਹੀ ਟਾਈਮ ਟੇਬਲ ਨੇ। ਦੂਜੇ ਬੱਸ ਆਪਰੇਟਰਾਂ ਨੂੰ ਤਾਂ 2-2 ਮਿੰਟ ਨੇ, ਇਹਨਾਂ ਦੇ 10-10 ਮਿੰਟ ਨੇ। ਕੀ ਸਰਕਾਰ ਨੂੰ ਘੱਟੋ ਘੱਟ ਇੰਨਾ ਨਹੀਂ ਸੀ ਕਰਨਾ ਚਾਹੀਦਾ ਵੀ ਸਾਰਿਆਂ ਨੂੰ ਨਿਆਂ ਦੇਈਏ, ਜਿਹੜੇ ਵੀ ਟਰਾਂਸਪੋਰਟ ਪੰਜਾਬ ਦੇ ਸਾਰੇ ਬਰਾਬਰ ਨੇ? ਕਿਉਂਕਿ ਇਹ 'ਚ ਇਹ ਕਿਉਂ ਨਹੀਂ ਕਰ ਸਕੀ ਸਰਕਾਰ? ਉਹ ਮਤਲਬ ਹਰ ਚੀਜ਼ ਦੇ ਵਿੱਚ ਜਿਹੜੀ ਹੈ ਮਿਲੀ ਭੁਗਤ ਉਹ ਸਾਫ਼ ਦਿਸਦੀ ਹੈ,
ਤੇ ਇਹ ਜਿਹੜੀ ਹੈ 4 ਸਾਲ ਵੀ ਉਹ ਸਾਰੀ ਇਨਕੁਆਇਰੀ ਨੂੰ ਕਮਜ਼ੋਰ ਕਰਨ ਵੱਲ ਧਿਆਨ ਦਿੱਤਾ ਹੈ। ਦੇਖੋ ਜਿਹੜਾ ਐਡਵੋਕੇਟ ਜਨਰਲ ਹੈ ਉਹਦਾ ਪੇਸ਼ ਨਾ ਹੋਣਾ ਇਸ ਕੇਸ ਦੇ ਵਿੱਚ, ਹੁਣ ਸਰਕਾਰ ਦਾ ਤਾਂ ਸਭ ਤੋਂ ਵੱਡਾ ਜਿਹੜਾ ਅਹੁਦੇਦਾਰ ਹੈਗਾ, ਜਿਹੜਾ ਵਕੀਲ ਹੈ, ਉਹ ਤਾਂ ਐਡਵੋਕੇਟ ਜਨਰਲ ਹੈ। ਜੇ ਉਹੀ ਨਹੀਂ ਪੇਸ਼ ਹੋਏਗਾ, ਉਹ ਛੁੱਟੀ ਲਏਗਾ, ਤਾਂ ਕਿਵੇਂ ਕੇਸ ਲੜਿਆ ਜਾਊ? ਫਿਰ ਜਿਹੜੇ ਸਰਕਾਰ ਦੇ ਅਫਸਰ, ਜਿਹੜੇ ਸਿੱਟ ਦੇ ਮੈਂਬਰ ਸਰਕਾਰ ਨੇ ਬਣਾਏ, ਉਹਨਾਂ ਨੇ ਉਸ ਇਨਕੁਆਇਰੀ ਤੇ ਦਸਤਖਤ ਨਹੀਂ ਕੀਤਾ। ਕਿਉਂ ਨਹੀਂ ਉਹਨਾਂ ਨੇ ਕੀਤੇ? ਕਿਉਂ ਸਰਕਾਰ ਨੇ ਇਨਸ਼ੋਰ ਨਹੀਂ ਕੀਤਾ ਵੀ ਭਾਈ ਸਾਰੇ ਬੰਦੇ ਤੁਸੀਂ ਇੱਕ ਸੁਰ ਹੋ ਕੇ ਇਨਕੁਆਇਰੀ ਕਰੋ? ਇਹ ਸਾਰੀਆਂ ਚੀਜ਼ਾਂ ਨੇ ਕੇਸ ਨੂੰ ਕਮਜ਼ੋਰ ਕੀਤਾ, ਤੇ ਤਾਂ ਹੀ ਜਿਹੜਾ ਹੈ ਕੇਸ ਦੇ ਕੋਈ ਨਤੀਜਾ ਨਹੀਂ ਆ ਰਿਹਾ। ਬਿਲਕੁਲ ਢੀਂਡਸਾ ਸਾਹਿਬ, ਵੱਡੇ ਸਵਾਲ ਨੇ। ਇੱਕ ਸਵਾਲ ਜਦੋਂ ਅਸੀਂ ਅਕਸਰ ਜਾਂਦੇ ਹਾਂ, ਲੋਕ ਪੁੱਛਦੇ ਨੇ ਕਿ ਜਿਸ ਟਾਈਮ ਤੁਹਾਡੀ ਸਰਕਾਰ ਸੀ, ਇਹ ਕੋਟਕਪੂਰਾ ਕਾਂਡ, ਵਹਿਬਲ ਕਲਾਂ ਬਰਗਾੜੀ ਹੋਇਆ, ਤੁਸੀਂ ਆਪ ਨਿੱਜੀ ਤੌਰ ਤੇ, ਪਰਸਨਲੀ ਤੌਰ ਤੇ ਸੁਖਬੀਰ ਨੂੰ ਜਾਂ ਸਰਕਾਰ ਦੇ ਬਾਦਲ ਸਾਹਿਬ ਨੂੰ ਮਿਲ ਕੇ ਗੱਲ ਆਖੀ ਵੀ ਆਪਾਂ ਇਸ ਮਸਲੇ ਦਾ ਹੱਲ ਕਰੀਏ? ਦੇਖੋ, ਢੀਂਡਸਾ ਸਾਹਿਬ ਦੀ ਅਨੇਕਾਂ ਵਾਰ ਗੱਲ ਹੋਈ, ਕਿਉਂਕਿ ਜਿਹੜੀ ਤਾਂ ਕੈਬਨਿਟ ਦੀ ਗੱਲ ਹੈ, ਕੈਬਨਿਟ ਦੇ ਵਿੱਚ ਜਦ ਇਹ ਡਿਸਕਸ ਹੋਇਆ, ਇਹ ਗੱਲ ਅਸੀਂ ਕਹੀ, ਮੈਂ ਵੀ ਕਹੀ ਵੀ ਜੀ ਇਹ ਜਿਹੜਾ ਹੈ ਬਹੁਤ ਵੱਡਾ ਕਲੰਕ ਇਹ ਸਰਕਾਰ ਤੇ ਲੱਗਿਆ, ਤੇ ਲੋਕਾਂ ਦੇ ਵਿੱਚ ਬੜਾ ਰੋਸ ਹੈ ਵੀ ਆਪਾਂ ਇਹਦਾ ਜਲਦੀ ਤੋਂ ਜਲਦੀ ਆਪਾਂ ਕਾਰਵਾਈ ਕਰਕੇ ਦੋਸ਼ੀਆਂ ਨੂੰ ਫੜੀਏ ਤੇ ਉਹਨਾਂ ਨੂੰ ਕਾਨੂੰਨ ਬਦਲ ਕੇ ਸਖਤ ਤੋਂ ਸਖਤ ਸਜ਼ਾ ਦਵਾਈਏ। ਤੇ ਉਹਨਾਂ ਨੇ ਸਾਨੂੰ ਭਰੋਸਾ ਵੀ ਦਿੱਤਾ ਕਿ ਅਸੀਂ ਪਛਾਣ ਕਰ ਲਈ ਹੈ ਦੋਸ਼ੀਆਂ ਦੀ, ਦੋਸ਼ੀ ਥੋੜ੍ਹੇ ਦਿਨਾਂ 'ਚ ਫੜੇ ਜਾਣਗੇ ਅਤੇ ਅਸੀਂ ਉਹਨਾਂ ਨੂੰ ਕਾਨੂੰਨ 'ਚ ਤਬਦੀਲ ਕਰਕੇ ਮੌਤ ਦੀ ਸਜ਼ਾ ਦੀ ਜਿਹੜਾ ਹੈ ਪ੍ਰਬੰਧ ਕਰਾਂਗੇ। ਸੋ ਸੁਭਾਵਿਕ ਹੈ ਵੀ ਸਾਡਾ ਉਹਨਾਂ 'ਤੇ ਵਿਸ਼ਵਾਸ ਕਰਨਾ ਬਣਦਾ। ਇਸੇ ਤਰ੍ਹਾਂ ਢੀਂਡਸਾ ਸਾਹਿਬ ਨੇ ਤੇ ਹੋਰ ਅਕਾਲੀ ਆਗੂਆਂ ਨੇ ਇਹ ਗੱਲ ਕੋਰ ਕਮੇਟੀ 'ਚ ਵੀ ਉਠਾਈ, ਤੇ ਅੱਗੇ ਜਾ ਕੇ ਇਹ ਵੀ ਗੱਲ ਕੋਰ ਕਮੇਟੀ 'ਚ, ਕਿਉਂਕਿ ਜਿਹੜੀਆਂ ਪੋਲੀਟੀਕਲ ਫੈਸਲੇ ਕੋਰ ਕਮੇਟੀ 'ਚ ਹੁੰਦੇ ਨੇ, ਉੱਥੇ ਇਹ ਵੀ ਗੱਲ ਕਹੀ ਵੀ ਸਾਨੂੰ ਅਕਾਲ ਤਖਤ ਸਾਹਿਬ 'ਤੇ ਜਾ ਕੇ ਇਹ ਸਾਡੇ ਸਰਕਾਰ ਦੇ ਵਿੱਚ ਹੋਇਆ, ਸਾਨੂੰ ਇਸ ਗੱਲ ਦੀ ਮਾਫੀ ਮੰਗਣੀ ਚਾਹੀਦੀ ਹੈ। ਢੀਂਡਸਾ ਸਾਹਿਬ, ਜੇ ਕੋਈ ਗੱਲ ਜਿਹੜੀ ਮੰਨੀ ਨਹੀਂ ਗਈ, ਤੇ ਮੈਂ ਵੀ ਇੱਕ ਕਮੇਟੀ ਵਿੱਚ ਜਦ ਢੀਂਡਸਾ ਸਾਹਿਬ ਅਸਤੀਫਾ ਦੇ ਗਏ, ਉਸ ਤੋਂ ਬਾਅਦ ਇੱਕ ਕੋਰ ਕਮੇਟੀ 'ਚ ਮੈਂ ਵੀ ਹਾਜ਼ਰ ਹੋਇਆ, ਮੈਂ ਵੀ ਇਹੀ ਗੱਲ, ਸੇਮ ਗੱਲ ਮੈਂ ਰਿਪੀਟ ਕੀਤੀ। ਹਾਲਾਂਕਿ ਕੁਝ ਆਗੂਆਂ ਨੇ ਮੇਰੀ ਗੱਲ ਨੂੰ ਕੱਟਿਆ ਵੀ ਜੀ ਤੁਸੀਂ ਤਾਂ ਜੇ ਆਪਾਂ ਹੀ ਗਲਤੀ ਮੰਨ ਲਈ ਤਾਂ ਫਿਰ ਆਪਾਂ ਕਿਵੇਂ? ਅਸੀਂ ਕਿਹਾ ਵੀ ਗਲਤੀ ਮੰਨਣ ਦੀ ਗੱਲ ਨਹੀਂ, ਦੋਸ਼ੀ ਬਣ ਜਾਣਗੇ। ਹਾਂ, ਗਲਤੀ ਮੰਨ ਲਈ, ਅਸੀਂ ਕਿਹਾ ਵੀ ਗਲਤੀ ਮੰਨਣ ਦੀ ਗੱਲ ਨਹੀਂ ਹੈ। ਇਸ ਗੱਲ 'ਚ ਤਾਂ ਕੋਈ ਦੋ ਰਾਏ ਨਹੀਂ ਵੀ ਆਪਣੀ ਅਕਾਲੀ ਦਲ ਦੀ ਸਰਕਾਰ 'ਚ ਹੋਇਆ। ਤੇ ਫਿਰ ਜਦ ਅਸੀਂ ਇਹ ਚੀਜ਼ ਲੈ ਕੇ ਜਾਂਦੇ ਹਾਂ ਵੀ ਜੀ ਸਾਡੀ ਸਰਕਾਰ 'ਚ ਹੋਇਆ, ਸਾਨੂੰ ਇਸ ਗੱਲ ਦਾ ਅਫਸੋਸ ਵੀ ਹੈ, ਦੁੱਖ ਵੀ ਹੈ, ਤੇ ਅਸੀਂ ਸਿੱਖ ਜਗਤ ਤੋਂ ਮਾਫੀ ਵੀ ਮੰਗਦੇ ਹਾਂ, ਤਾਂ ਇਹ 'ਚ ਕਿਹੜਾ ਛੋਟੇ ਹੋ ਜਾਣਾ? ਆਖਰ ਆਪਣੇ ਲੋਕਾਂ ਤੋਂ ਜਿਨ੍ਹਾਂ ਕਰਕੇ ਅਸੀਂ ਇੱਥੇ ਪਹੁੰਚੇ ਹਾਂ, ਜੇ ਕੋਈ ਮਾੜਾ ਕੰਮ ਸਰਕਾਰ 'ਚ ਹੋਇਆ ਉਹਦੀ ਜੇ ਮਾਫੀ ਮੰਗਦੇ ਨੇ, ਕੋਈ ਲੋਕ ਸਮਾਂ ਜਿਹੜਾ ਮਾਫੀ ਮੰਗਣ ਵਾਲੇ ਤੋਂ ਜਿਹੜਾ ਹੈ ਉਹਨੂੰ ਚੰਗਾ ਸਮਝਦੇ ਆ ਆਪਣੀ ਕੌਮ 'ਚ, ਕਦੇ ਉਹਨੂੰ ਕਦੇ ਮਾੜਾ ਨਹੀਂ। ਵੱਡੇ ਵੱਡੇ ਲੋਕਾਂ ਨੇ ਦੋਸ਼ੀਆਂ ਨੂੰ ਸਿੱਖ ਕੌਮ ਨੇ ਮਾਫ ਕੀਤਾ, ਤੇ ਇਹ ਕੋਈ ਵੱਡੀ ਗੱਲ ਨਹੀਂ ਸੀ, ਪਰ ਕੋਈ ਗੱਲ ਨਹੀਂ ਮੰਨੀ ਗਈ। ਢੀਂਡਸਾ ਸਾਹਿਬ, ਇਹ ਇੱਕ ਹੋਰ ਸਵਾਲ ਹੈ। ਲੋਕ ਕਦੇ ਕਦੇ ਇਹ ਆਖ ਦਿੰਦੇ ਨੇ ਵੀ ਹੋ ਸਕਦਾ ਹੈ ਅਕਾਲੀ ਦਲ ਕੱਲ੍ਹ ਨੂੰ ਚੋਣਾਂ ਦੇ ਨੇੜੇ ਜਾ ਕੇ ਇੱਕ ਹੋ ਜਾਵੇ। ਤੁਹਾਨੂੰ ਸੁਖਬੀਰ ਵੱਲੋਂ ਜਾਂ ਹੋਰ ਅਕਾਲੀ ਦਲ ਦੇ ਵੱਡੇ ਲੀਡਰਾਂ ਵੱਲੋਂ ਇਹ ਆਖਿਆ ਗਿਆ ਵੀ ਆਓ ਹੁਣ ਮੁੜ ਕੇ ਇੱਕ ਹੋਈਏ, ਜਾਂ ਅਕਾਲੀ ਦਲ ਦਾ ਰਲੇਵਾਂ ਹੋ ਜਾਵੇ ਕੁਝ ਸ਼ਰਤਾਂ ਦੇ ਤਹਿਤ, ਜਾਂ ਇਹ ਵੀ ਆਖਿਆ ਜਾਏ ਵੀ ਹੋ ਸਕਦਾ ਸੁਖਬੀਰ ਬਾਦਲ ਪ੍ਰਧਾਨਗੀ ਤੋਂ ਲਾਂਭੇ ਹੋ ਜਾਵੇ, ਕਿਸੇ ਹੋਰ ਆਗੂ ਨੂੰ ਲਿਆਂਦਾ ਜਾਵੇ? ਨਹੀਂ, ਦੇਖੋ, ਸਿੱਧੇ ਤੌਰ 'ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਜਾਂ ਹੋਰ ਸੀਨੀਅਰ 'ਚੋਂ ਕਿਸੇ ਨੇ ਨਹੀਂ, ਜਿਹੜੇ ਹੋਰ ਸਾਨੂੰ ਕੋਈ ਸਾਡੇ ਨਾਲ ਮਿਨਿਸਟਰ ਰਹੇ ਜਾਂ ਕੋਈ MLA ਰਹੇ, ਉਹ ਜ਼ਰੂਰ ਸਾਡੇ ਨਾਲ ਇਹ ਗੱਲ ਕਹਿੰਦੇ ਆ ਯਾਰ ਵੀ ਤੁਸੀਂ ਆਓ। ਅਸੀਂ ਤਾਂ ਇਹ ਗੱਲ ਕਿਹਾ ਵੀ ਇਹ ਗੱਲ ਹੁਣ ਅਸੀਂ ਜਿਹੜਾ ਪਿੱਛੇ ਨਹੀਂ ਹਟ ਸਕਦੇ, ਨਾ ਹੀ ਅਸੀਂ, ਸਾਡੀ ਇੱਕ ਸਿਧਾਂਤਕ ਮੁੱਦਾ ਹੈ, ਅਸੀਂ ਉਹਦੇ 'ਤੇ ਖੜ੍ਹੇ ਹਾਂ। ਕੋਈ ਸੱਤਾ ਪ੍ਰਾਪਤੀ ਜਾਂ ਸੱਤਾ ਆਉਣੀ ਨਾ ਆਉਣੀ ਇਹ ਤਾਂ ਬਾਅਦ ਦੀਆਂ ਗੱਲਾਂ ਨੇ। ਅਸੀਂ ਜਿਹੜੀ ਗੱਲ ਨੂੰ ਲੈ ਕੇ ਚੱਲੇ, ਪਿਛਲੇ ਢੀਂਡਸਾ ਸਾਹਿਬ ਨੇ ਪਿੱਛੇ ਸੰਗਰੂਰ ਦੇ ਵਿੱਚ ਵੀ ਇੱਕ ਵਰਕਰ ਮੀਟਿੰਗ 'ਚ ਬੜਾ ਸਪਸ਼ਟ ਕੀਤਾ ਸੀ ਕਿ ਮੇਰੇ ਜਿਉਂਦੇ ਜਿਉਂ ਤੱਕ ਮੈਂ ਜਿਹੜਾ ਹੈ ਵਾਪਸ ਕਿਸੇ ਹਾਲਤ 'ਚ ਵੀ ਉਹਨਾਂ ਨੂੰ ਸਮਝੌਤਾ ਨਹੀਂ ਕਰੂੰਗਾ। ਸੋ ਇਹ ਗੱਲਾਂ ਕਿਆਸ ਰਾਈਆਂ ਜਾਂ ਗੱਲਾਂ ਲੋਕ ਕਰਦੇ ਰਹਿੰਦੇ ਨੇ, ਕਿਉਂਕਿ ਵੀ ਲੋਕਾਂ ਨੂੰ ਸ਼ਾਇਦ ਕਈਆਂ ਨੂੰ ਇਹ ਹੁੰਦਾ ਵੀ ਬੜੇ ਪੁਰਾਣੇ ਸੰਬੰਧ ਨੇ, ਸ਼ਾਇਦ ਜਿਹੜਾ ਕਿਤੇ ਦੁਬਾਰੇ ਮੋਹ ਜਾਗ ਜੇ, ਪਰ ਐਸੀ ਕੋਈ ਗੱਲ ਨਹੀਂ। ਜਿਹੜੀ ਗੱਲ ਨੂੰ ਅਸੀਂ ਲੈ ਕੇ ਚੱਲੇ ਹਾਂ, ਅਸੀਂ ਕੋਈ ਸੱਤਾ ਜਾਂ ਸੱਤਾ ਪ੍ਰਾਪਤੀ ਸਾਡਾ ਨਿਸ਼ਾਨਾ ਨਹੀਂ ਹੈ, ਤੇ ਅਸੀਂ ਜਿਹੜੀ ਇੱਕ ਆਪਦੀ ਅੰਤਰ ਆਤਮਾ ਦੀ ਆਵਾਜ਼ ਹੈ ਉਹਨੂੰ ਲੈ ਕੇ ਅਸੀਂ ਅੱਗੇ ਚੱਲ ਰਹੇ ਹਾਂ, ਤੇ ਉਹ ਤੋਂ ਪਿੱਛੇ ਨਹੀਂ ਹਟਾਂਗੇ। ਕੋਈ ਨਹੀਂ, ਕੱਲ੍ਹ ਸਿਆਸਤ ਦੇ ਵਿੱਚ ਕੀ ਹੁੰਦਾ ਉਹ ਤਾਂ ਪਰਮਾਤਮਾ ਦੇ ਹੱਥ 'ਚ ਹੈ। ਢੀਂਡਸਾ ਸਾਹਿਬ, ਕਰੋਨਾ ਮਹਾਮਾਰੀ ਚੱਲ ਰਹੀ ਹੈ,
ਕਿਤੇ ਨਾ ਕਿਤੇ ਦੇਖੋ ਤੁਸੀਂ ਵੀ ਰਾਜ ਭਾਗ ਭੋਗਿਆ 10 ਸਾਲ ਵਜ਼ੀਰ ਰਹੇ ਹੋ ਵੀ ਕਰੋਨਾ ਮਹਾਮਾਰੀ ਦੌਰਾਨ ਕਾਂਗਰਸ ਦੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਦਾ ਆਪਸ ਵਿੱਚ ਕਾਟੋ ਕਲੇਸ਼ ਹੈ, ਉਹ ਉਹਨਾਂ ਦੀ ਆਪਸ ਵਿੱਚ ਮਾਰਾਮਾਰੀ ਹੈ। ਇਹਦੇ ਨਾਲ ਕਿਤੇ ਨਾ ਕਿਤੇ ਜਨਤਾ ਤੇ ਤਾਂ ਸਾਡੀ ਤਾਂ ਅਸਰ ਪੈ ਹੀ ਰਿਹਾ ਨਾ। ਇਹ ਸਾਰਾ ਕੰਮ ਲੋਕਾਂ ਦਾ ਮਨ ਹਟਾਉਣ ਵਾਸਤੇ ਕੀਤਾ ਜਾ ਰਿਹਾ ਹੈ ਵੀ ਲੋਕਾਂ ਦਾ ਧਿਆਨ ਇਹ ਨਾ ਜਾਵੇ ਵੀ ਜੋ ਮਾੜੇ ਪ੍ਰਬੰਧ ਨੇ, ਜੋ ਮਾੜਾ ਹਾਲ ਹੈ ਅੱਜ ਹੋ ਰਿਹਾ ਹੈ, ਮੌਤਾਂ ਹੋ ਰਹੀਆਂ ਨੇ, ਹਸਪਤਾਲਾਂ ਦੇ ਵਿੱਚ ਸੁਵਿਧਾਵਾਂ ਨਹੀਂ, ਪ੍ਰਾਈਵੇਟ ਹਸਪਤਾਲ ਲੁੱਟ ਰਹੇ ਨੇ ਲੋਕਾਂ ਨੂੰ। ਇੱਕ ਦਿਨ ਦਾ 1.5 ਲੱਖ ਰੁਪਈਆ, ਕੋਈ ਆਪਰੇਸ਼ਨ ਨਹੀਂ, ਕੋਈ ਕੁਛ ਨਹੀਂ, ਸਿਰਫ ਦਵਾਈਆਂ ਦਾ 1.5 ਲੱਖ ਰੁਪਈਆ ਇੱਕ ਦਿਨ ਦਾ ਪ੍ਰਾਈਵੇਟ ਹਸਪਤਾਲ ਬਿੱਲ ਬਣਾ ਰਹੇ ਨੇ। ਸੋ ਤਾਂ ਕਿ ਵੀ ਲੋਕਾਂ ਦਾ ਉਹਦਾ ਧਿਆਨ ਨਾ ਜਾਵੇ, ਲੋਕਾਂ ਦੇ ਧਿਆਨ ਨੂੰ ਭੜਕਾਉਣ ਵੱਲ ਹੀ ਜਿਹੜਾ ਸਾਰਾ ਯਤਨ ਮੈਨੂੰ ਲੱਗ ਰਿਹਾ। ਨਹੀਂ, ਅੱਜ ਪੰਜਾਬ ਦੇ ਬਹੁਤ ਵੱਡੇ ਮੁੱਦੇ ਨੇ, ਜਿਵੇਂ ਤੁਸੀਂ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਕੀਤੀ ਹੈ, ਜਿਸ ਤਰ੍ਹਾਂ ਤੁਸੀਂ ਕਿਸਾਨਾਂ ਦੇ ਕਰਜ਼ੇ ਮਾਫੀ ਦੀ ਗੱਲ ਕਾਂਗਰਸ ਨੇ ਕੀਤੀ ਹੈ, ਉਹ ਤੋਂ ਦੂਰ ਨੇ। ਨਸ਼ੇ ਪੰਜਾਬ ਵਿੱਚ ਖਤਮ ਕਰਨ ਲਈ ਉਹਨਾਂ ਨੇ ਵਾਅਦਾ ਕੀਤਾ ਸੀ, ਕਿੱਥੇ ਗਏ ਉਹ? ਆਖਰ ਲੋਕਾਂ ਤੋਂ ਜਵਾਬ ਤਾਂ ਮੰਗਦੇ ਨੇ, ਤੇ ਤਾਂ ਹੀ ਇਹ ਸਾਰਾ ਕੁਝ ਇਹ ਕਰ ਰਹੇ ਨੇ ਵੀ ਲੋਕਾਂ ਦਾ ਮਨ ਅਸੀਂ ਦੂਜੇ ਪਾਸੇ ਕਰ ਦਈਏ। ਢੀਂਡਸਾ ਸਾਹਿਬ, ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਵੱਡੇ ਆਗੂ ਨੇ, ਰਾਜ ਸਭਾ ਮੈਂਬਰ ਵੀ ਨੇ, ਉਹਨਾਂ ਵੱਲੋਂ ਵੱਡੇ ਢੀਂਡਸਾ ਸਾਹਿਬ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਇਹਦੇ ਵੀ ਸਿਆਸਤ ਵਿੱਚ ਕਾਫੀ ਅਰਥ ਕੱਢੇ ਜਾ ਰਹੇ? ਨਹੀਂ, ਇਹਦੇ 'ਚ ਦੇਖੋ ਕੋਈ ਸਿਆਸੀ ਉਹਨਾਂ ਦੇ ਵਿੱਚ ਗੱਲ ਨਹੀਂ ਹੋਈ। ਹਾਂ, ਸਿਆਸੀ ਵਿਚਾਰ ਚਰਚਾ ਤਾਂ ਜਦ ਦੋ ਸਿਆਸੀ ਬੰਦੇ ਹੁੰਦੇ ਇਕੱਠੇ ਕਰਦੇ ਹੀ ਨੇ, ਪਰ ਉਹ ਵਿਸ਼ੇਸ਼ ਤੌਰ 'ਤੇ ਢੀਂਡਸਾ ਸਾਹਿਬ ਦਾ ਹਾਲ ਚਾਲ ਪਤਾ ਕਰਨ ਲਈ ਆਏ ਸੀ ਕਾਫੀ ਲੰਬੇ ਸਮੇਂ ਤੋਂ, ਕਿਉਂਕਿ ਪਾਰਲੀਮੈਂਟ 'ਚੋਂ ਮਿਲਦੇ ਰਹਿੰਦੇ ਆ, ਉਹ ਮਿਲੇ ਨਹੀਂ ਸੀਗੇ। ਤੇ ਆਪਸੀ ਨਿੱਜੀ ਸਤਿਕਾਰ ਕੋਈ ਪਾਰਟੀਆਂ ਤੋਂ ਉੱਪਰ ਉੱਠ ਕੇ ਵੀ ਆਪਾਂ ਕਰਦੇ ਹਾਂ। ਸੋ ਉਹਨਾਂ ਨੇ ਕੁਝ ਦਿਨ ਪਹਿਲਾਂ ਟਾਈਮ ਲਿਆ ਸੀ, ਤੇ ਉਸ ਦਿਨ ਜਿਹੜਾ ਹੈ ਮੇਲ ਨਹੀਂ ਹੋ ਸਕਿਆ। ਫਿਰ ਉਸ ਦਿਨ ਅਗਲੇ ਦਿਨ 2 ਦਿਨ ਛੱਡ ਕੇ ਉਹ ਆਏ ਤੇ ਉਹਨਾਂ ਨੂੰ ਮਿਲ ਕੇ ਚਲੇ ਗਏ। ਸੋ ਕੋਈ ਸਿਆਸਤ ਨਹੀਂ, ਕੋਈ ਇਹਦੇ ਨਾਲ ਜਿਹੜਾ ਹੈ ਸਿਆਸਤ ਦਾ ਸੰਬੰਧ ਨਹੀਂ ਹੈ। ਉਹ ਆਪਦੀ ਕਾਂਗਰਸ ਪਾਰਟੀ ਸਿਆਸਤ ਕਰ ਰਹੇ ਨੇ, ਅਸੀਂ ਕਾਂਗਰਸ ਦਾ ਵਿਰੋਧ ਕਰ ਰਹੇ ਹਾਂ, ਤੇ ਉਹ ਸਾਡਾ ਚੱਲਦਾ ਰਹੇਗਾ। ਉਸ ਗੱਲ ਨਾਲ ਜੋੜ ਕੇ ਦੇਖਿਆ ਜਾ ਰਿਹਾ ਜਿਹੜੀ ਕਾਂਗਰਸ ਦੇ ਆਗੂਆਂ ਵੱਲੋਂ ਬਗਾਵਤ ਕੀਤੀ ਜਾ ਰਹੀ ਹੈ, ਦੇਖੋ ਉਹ ਤਾਂ ਉਹਨਾਂ ਦੀ ਪਾਰਟੀ ਦਾ ਇੰਟਰਨਲ ਮਸਲਾ ਹੈ, ਤੇ ਮੈਨੂੰ ਨਹੀਂ ਲੱਗਦਾ ਵੀ ਉਹ ਤਾਂ ਸਿਰਫ ਅੰਦਰ ਹੀ ਕਾਟੋ ਕਲੇਸ਼ ਹੈ, ਕਿਸੇ ਨੇ ਛੱਡਣ ਦੀ ਤਾਂ ਗੱਲ ਕੀਤੀ ਨਹੀਂ। ਤੋ ਇਹ ਮੈਂ ਸਮਝਦਾ ਇਹਨੂੰ ਆਊਟ ਆਫ ਕੰਟੈਕਸਟ ਲੋਕ ਰਹਿ ਰਹੇ ਨੇ। ਸੁਭਾਵਿਕ ਵੀ ਹੈ ਵੀ ਜਦ ਦੋ ਸੀਨੀਅਰ ਆਗੂ ਇਹੋ ਜਿਹੇ ਹਾਲਾਤਾਂ ਦੇ ਵਿੱਚ ਮਿਲਦੇ ਨੇ, ਲੋਕ ਦੀਆਂ ਕਿਆਸਰਾਈਆਂ ਲਾਉਣਾ ਜਿਹੜਾ ਹੈ ਉਹਦੇ 'ਚੋਂ ਕਈ ਮਤਲਬ ਕੱਢਣਾ ਇਹ ਸੁਭਾਵਿਕ ਹੈ, ਪਰ ਇਹ ਐਸੀ ਕੋਈ ਗੱਲ ਨਹੀਂ ਸੀ। ਉਹਨਾਂ ਦੀ ਮੀਟਿੰਗ ਬੜੀ ਇੱਕ ਪਰਸਨਲ ਜਿਵੇਂ ਉਹਨਾਂ ਦੀ ਮੀਟਿੰਗ ਸੀ। ਕਿਸੇ ਹੋਰ ਆਗੂ ਨਾਲ, ਕਾਂਗਰਸ ਦੇ ਜਿਹੜੇ ਬਗਾਵਤੀ ਆਗੂ ਨੇ, ਉਹਨਾਂ ਦੇ ਨਾਲ ਤੁਹਾਡੀ ਕਿਸੇ ਦੇ ਨਾਲ ਹੋਰ ਕੋਈ ਬੈਠਕ ਜਾਂ ਗੱਲਬਾਤ ਚੱਲ ਰਹੀ ਹੋਵੇ, ਜਾਂ ਅਕਾਲੀ ਦਲ ਦੇ ਕਿਸੇ ਆਗੂ ਨਾਲ? ਇਹ ਅਕਾਲੀ ਦਲ ਦੇ ਤਾਂ ਬਹੁਤ ਆਗੂਆਂ ਨਾਲ ਚੱਲ ਰਹੀ ਹੈ, ਮੈਂ ਨਾਂ ਡਿਸਕਲੋਜ਼ ਨਹੀਂ ਕਰ ਸਕਦਾ, ਪਰ ਕਾਂਗਰਸ ਦੇ ਹਜੇ ਕਿਸੇ ਆਗੂ ਨਾਲ, ਖਾਸ ਤੌਰ 'ਤੇ ਕੋਈ ਵੱਡੇ ਆਗੂ ਨਾਲ ਕੋਈ ਹਜੇ ਨਹੀਂ ਚੱਲ ਰਹੀ। ਹੋਰ ਪਾਰਟੀਆਂ ਸਾਰੀਆਂ ਨਾਲ ਹੀ ਜਿਹੜਾ ਅਸੀਂ ਕਰ ਰਹੇ ਹਾਂ। ਤਕਰੀਬਨ ਕੋਈ ਐਸੀ ਪਾਰਟੀ ਕਾਂਗਰਸ, ਬੀਜੇਪੀ ਤੇ ਬਾਦਲ ਦਲ ਨੂੰ ਛੱਡ ਕੇ ਕੋਈ ਐਸੀ ਪਾਰਟੀ ਨਹੀਂ ਜਿਨ੍ਹਾਂ ਨਾਲ ਸਾਡਾ ਸੰਪਰਕ ਨਹੀਂ ਹੈ। ਸਾਰਿਆਂ ਨਾਲ ਹੀ ਅਸੀਂ ਜਿਹੜਾ ਰਾਬਤਾ ਕਰਦੇ ਹਾਂ। ਕਹਿਣ ਦਾ ਭਾਵ ਹੈ ਕਰੋਨਾ ਤੋਂ ਬਾਅਦ ਕੋਈ ਵੱਡਾ ਜਨਤਾ ਨੂੰ ਦੇਖਣ ਨੂੰ ਮਿਲ ਸਕਦਾ ਵੀ ਹਾਂ ਹੁਣ ਸਾਡੀਆਂ ਮੁਸ਼ਕਲਾਂ ਦਾ ਹੱਲ ਹੋਵੇਗਾ, ਸਾਡੇ ਜਿਹੜੇ ਦੁੱਖ ਨੇ ਉਹ ਟੁੱਟਣਗੇ। ਉਹ ਦੁੱਖ ਤਾਂ ਟੁੱਟਣੇ ਨੇ, ਲੋਕ ਇਹ ਮੰਨਦੇ ਨਹੀਂ, ਜੇ ਤੁਸੀਂ ਸਾਰੇ ਇਕੱਠੇ ਹੋ ਕੇ ਅਗਲੀ ਇਲੈਕਸ਼ਨ ਹੈ ਜਿਹੜੀ ਉਹ ਲੜੋਗੇ। ਦੇਖੋ ਸਾਡੀ ਤਾਂ ਕੋਸ਼ਿਸ਼ ਹੈ, ਕੋਈ ਇਕੱਲੇ ਸਾਰਾ ਕੁਝ ਸਾਡੇ ਹੱਥ 'ਚ ਤਾਂ ਹੈ ਨਹੀਂ। ਅਸੀਂ ਤਾਂ ਆਪਦੇ ਵੱਲੋਂ ਕੋਸ਼ਿਸ਼ ਕਰ ਸਕਦੇ ਹਾਂ। ਅਸੀਂ ਤਾਂ ਇਹ ਰੱਖ ਸਕਦੇ ਹਾਂ ਵੀ ਸਾਨੂੰ ਤੁਸੀਂ ਭਾਵੇਂ ਕੁਝ ਨਾ ਦਿਓ, ਪਰ ਆਪਾਂ ਲੋਕਾਂ ਦੇ ਵਾਸਤੇ ਕੁਛ ਨਾ ਕੁਛ ਕਰੀਏ। ਅਸੀਂ ਤਾਂ ਆਪਦਾ ਕੋਈ ਜਿਹੜਾ ਹੈ ਉਹਦੇ 'ਚੋਂ ਉਹ ਛੱਡ ਸਕਦੇ ਹਾਂ ਵੀ ਜੇ ਸਾਨੂੰ ਕੁਝ ਮਿਲਦਾ ਅਸੀਂ ਭਾਈ ਤਿਆਗਣ ਨੂੰ ਤਿਆਰ ਹਾਂ। ਪਰ ਆਖਰ ਜਦ ਸਾਰਿਆਂ ਨੂੰ ਹੌਲੀ ਹੌਲੀ ਜਿਹੜਾ ਹੈ ਇਕੱਠਾ ਕਰਨਾ ਪਏਗਾ, ਜੇ ਆਪਾਂ ਰਾਤੋਂ ਰਾਤ ਨਹੀਂ। ਪਰ ਇੱਕ ਗੱਲ ਮੈਂ ਤੁਹਾਨੂੰ ਕਰਦਾ ਵੀ ਅਸੀਂ ਪੂਰੀ ਤਨਦੇਹੀ ਨਾਲ ਇਸ ਵੱਲ ਯਤਨ ਕਰ ਰਹੇ ਹਾਂ, ਤੇ ਅਸੀਂ ਸਾਡੀ ਕਦੇ ਇਹ ਨਹੀਂ ਹੋਏਗੀ ਵੀ ਅਸੀਂ ਅਗਵਾਈ ਕਰੀਏ, ਅਸੀਂ ਪਿੱਛੇ ਲੱਗ ਕੇ ਹੀ ਕੰਮ ਕਰਾਂਗੇ। ਢੀਂਡਸਾ ਸਾਹਿਬ, ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਜੀ। ਧੰਨਵਾਦ ਸਰੋਤ ਸਾਹਿਬ, ਬਹੁਤ ਮਿਹਰਬਾਨੀ। ਇਹ ਸਨ ਪੰਜਾਬ ਦੀ ਰਾਜਨੀਤੀ ਦੇ ਵਿੱਚ ਸਾਊ ਸਿਆਸਤਦਾਨ ਵਜੋਂ ਜਾਣੇ ਜਾਂਦੇ ਪਰਮਿੰਦਰ ਸਿੰਘ ਢੀਂਡਸਾ, ਜਿਨ੍ਹਾਂ ਨੇ ਅੱਜ ਸਾਡੇ ਨਾਲ ਦਿਲ ਦੀਆਂ ਗੱਲਾਂ ਨੇ ਉਹ ਕੀਤੀਆਂ ਨੇ। ਕੁੱਪ ਕਲਾਂ ਤੋਂ ਮਨਜਿੰਦਰ ਸਿੰਘ ਸਰੌਦ।